खुदावंद आपके साथ हो, आपके साथ भी हो। इंजील मुकद्दस मरकस के मुताबिक मुकद्दस मरकस की अंजील उसका पहला बाब उसकी 40वीं आयत से 45वीं आयत तक। उस वक्त एक कोढ़ी ने यस्सु के पास आकर उसकी मिन्नत की और घुटने टेक कर उससे कहा, क्या कहा है? अगर तू चाहे तो मुझे पाक साफ कर सकता है। उसने तरस खाकर अपना हाथ बढ़ाया और उसे छू कर कहा, मैं चाहता हूं कि तू पाक साफ हो जा। और ये बात कहते ही उसका कोढ़ जाता रहा और वो पाक साफ हो गया। और उसने उसे ताकीद करके फौरन रुखसत किया और उससे कहा, खबरदार किसी से कुछ ना कहना, बल्कि जा अपने आप को काहिन को दिखा और अपने पाक साफ होने की बाबत वो चीजें गुजरान जो मूसा ने उनकी गवाही के लिए मुकर्रर की। लेकिन वो बाहर जाकर उस बात को फैलाने और ऐसा मशहूर करने लगा कि यस्सु फिर ज़ाहरन किसी शहर में दाखिल ना हो सका, लेकिन बाहर वीरान जगहों में रहा और लोग हर तरफ से उसके पास आते थे। इंजील मुकद्दस के वसीले से हम सबकी खताएं मुआफ की जाएं। मसीह विच मेरे अजीजो, जदों दुआ की गल करने ना, असी कहने दुआ का मतलब है खुदा नाल गलबात करना, अपनी गल खुदा नूं दसना ते खुदा की गल नूं सुनना। दुआ एक पासों ट्रैफिक नहीं है कि मैं अपनी सुनाई जा सुना के ते बस गया, नहीं। एक पासे अपनी गल रब नूं दसनी ते दूजे पासे रब की गल नूं सुनना। अज एक मोजज़े की गल है और मोजज़ा है कोढ़ तो पाक साफ होना। पुराने वक्तां च कोढ़ दा मरज एक ऐसा मरज से बस समझो मौत का इंतजार से, कोई इलाज नहीं, कोई दवाई नहीं, कुछ नहीं। एक ऐसी बीमारी जिहड़ी जिसम ते फोड़िया वांगू निकलती, सुराख होंदे ते इत्थों तक कि जिसम इन्ना को खत्म हो जाता सी कि तुसी अपनी उंगली इंज फड़ के इस तरह करके तोड़ के सुट सकते हो। इत्थों तक कोढ़ की बीमारी चलती है। और एक ऐसी बीमारी है जिहड़ी छूत छात, जिहदा मतलब है एक बंदे तो दूसरे बंदे तक चली जाती सी। इस बीमारी का अज पाक कलाम च जिक्र है। जिन्हों यह बीमारी लगती सी, लोगों को घर नहीं सन रखते। तो क्यों नहीं सन रखते? ताकि दूसरों को भी ना लग जाए। तो की करते सन? जिन्हों पता चलता सी कि इनू कोढ़ हो गया है, उन्होंने घरों बाहर रख आते सन, खुशी ना नहीं। उस मां को पूछो
शायद जिहदे बेटे नूं कोड़ लग गई, कि किस तरह अपने आप तो दूर कर देना, कदों तक मरने जाना, मौत तक। ਇਹਦਾ ਤਜਰਬਾ ਸਾਨੂੰ ਸਾਰਿਆਂ ਨੂੰ ਹੀ ਹੈ। ਕੋਵਿਡ, ਕਰੋਨਾ, ਹਾਲੇ ਤਾਂ ਸਿਰਫ ਚੰਦ ਇੱਕ ਸਾਲ ਹੋਏ ਨੇ, 2-4 ਸਾਲਾਂ ਦੀ ਗੱਲ ਹੈ। ਸਾਰੀ ਦੁਨੀਆ ਨੂੰ ਤਜਰਬਾ ਹੈ। ਉਹ ਕੋਡ ਕੀ ਸੀ ਉਸ ਵਕਤ? ਕਿਉਂ? ਜਦੋਂ ਕਿਸੇ ਨੂੰ ਕਰੋਨਾ ਹੋ ਜਾਂਦਾ ਸੀ ਨਾ, ਤੇ ਕੀ ਕਰਦੇ ਸਨ? ਸਾਡੇ ਤੇ ਇੱਥੇ ਇੰਨਾ ਨਹੀਂ, ਲੇਕਿਨ ਯੂਰਪ ਦੇ ਵਿੱਚ, ਦੂਜਿਆਂ ਮੁਲਕਾਂ 'ਚ ਉਹਨੂੰ ਅਲੱਗਾ ਕਰ ਦਿੰਦੇ ਸਨ। ਕਿਉਂ? ਕਰੋਨਾ ਦੇ ਬਾਰੇ ਇਹ ਸੀ ਨਾ ਕਿ ਬਈ ਇਹ ਇੱਕ ਤੋਂ ਦੂਸਰੇ ਨੂੰ ਲੱਗ ਜਾਂਦਾ, ਸੋ ਅਲੱਗਾ ਕਰ ਦਿਓ। ਬਾਹਰ ਦੇ ਮੁਲਕਾਂ 'ਚ, ਅਸੀਂ ਇੱਥੇ ਨਹੀਂ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਲੇਕਿਨ ਬਾਹਰ ਦੇ ਮੁਲਕਾਂ 'ਚ ਇਹ ਕਰੋਨਾ ਜਿਹੜਾ ਬਹੁਤ ਘਰਾਂ ਦੇ ਵਿੱਚ ਮੌਤਾਂ ਹੋਈਆਂ। ਬੜੀ ਵਾਰ ਅਸੀਂ ਤੇ ਇੱਥੇ ਘਰਾਂ 'ਚ ਰੱਖਦੇ ਸਨ, ਲੇਕਿਨ ਬਾਹਰ ਹਸਪਤਾਲ 'ਚ ਛੱਡ ਆਉਂਦੇ ਸਨ। ਕਹਿੰਦੇ ਨੇ ਖਾਸ ਕਰ ਬਜ਼ੁਰਗ ਬਹੁਤ ਮਰੇ। ਕਹਿੰਦੇ ਨੇ ਇਹ ਬਜ਼ੁਰਗ ਕਰੋਨਾ ਤੋਂ ਨਹੀਂ ਬਹੁਤ ਜ਼ਿਆਦਾ ਮਰੇ, ਕਾਹਦੇ ਤੋਂ ਮਰ ਗਏ ਨੇ? ਤਨਹਾਈ ਤੋਂ। ਤਨਹਾਈ ਤੋਂ ਮਰੇ। ਕਿਉਂ? ਕੋਈ ਜਾ ਨਹੀਂ ਸੀ ਸਕਦਾ, ਕੋਈ ਗੱਲ ਨਹੀਂ ਸੀ ਕਰ ਸਕਦਾ। ਉਹਨਾਂ ਦਿਨਾਂ 'ਚ ਅਸੀਂ ਵੇਖਦੇ ਹਾਂ, ਖਬਰਾਂ ਵੇਖਣੀਆਂ, ਵੀਡੀਓ ਤੇ ਵੇਖਣਾ, ਬਾਹਰ ਬੈਠੇ। ਇੱਥੋਂ ਤੱਕ ਕਿ ਜਦੋਂ ਡਾਕਟਰ ਵੀ ਜਾਂਦਾ ਸੀ, ਇੱਕੋ ਕਿੰਨਾ ਭਾਰਾ ਲਿਬਾਸ ਪਾ ਕੇ ਅੰਦਰ ਜਾਂਦਾ ਸੀ, ਕਾਹਦੇ ਵਾਸਤੇ? ਤਾਂ ਕਿ ਉਹਨੂੰ ਵੀ ਨਾ ਲੱਗ ਜਾਏ। 13 ਲੋਕ ਮਰ ਗਏ ਆਪਣੀ ਜਾਨ ਬਚਾਉਂਦਿਆਂ। ਹੁਣ ਸਾਨੂੰ ਵੀ ਐਕਸਪੀਰੀਅੰਸ ਹੈ, ਤਜਰਬਾ ਹੈ ਕਿ ਉਦੋਂ ਕੋੜ ਦੇ ਲੋਕ ਜਿਹੜੇ ਸਨ, ਉਹਨਾਂ ਨੂੰ ਕੀ ਤਜਰਬਾ ਸੀ ਕਿ ਆਪ ਘਰ ਦੇ ਜੀ ਉਹਨਾਂ ਨੂੰ ਬਾਹਰ ਛੱਡ ਆਉਂਦੇ ਸਨ, ਬਾਹਰ ਛੱਡ ਆਉਂਦੇ ਸਨ। ਤੇ ਕੋੜੀ ਨੂੰ ਕੀ? ਕੋੜੀ ਨੂੰ ਕੀ ਕਰਨਾ ਸੀ? ਉਹਦੇ ਗਲ ਇੱਕ ਘੰਟੀ ਬੰਨ੍ਹ ਦਿੱਤੀ ਜਾਂਦੀ ਸੀ। ਉਹਨੂੰ ਇਜਾਜ਼ਤ ਨਹੀਂ ਸੀ ਕਿ ਸ਼ਹਿਰ ਦੇ ਕਰੀਬ ਆਏ। ਅਗਰ ਉਹਨੇ ਲੰਘਣਾ ਕਿਤੇ ਤੇ ਉਹ ਘੰਟੀ ਵਜਾ ਕੇ ਲੰਘਣਾ। ਕਾਹਦੇ ਵਾਸਤੇ? ਤਾਂ ਕਿ ਅਗਰ ਕੋਈ ਰਸਤੇ 'ਚ ਖਲੋਤਾ ਹੈ ਤੇ ਉਹ ਰਸਤਾ ਛੱਡ ਦੇਵੇ, ਤਾਂ ਕਿ ਉਹਨੂੰ ਵੀ ਕੋੜ ਦਾ ਮਰਜ਼ ਨਾ ਲੱਗ ਜਾਏ। ਇੱਥੋਂ ਤੱਕ ਕੋੜ ਜਿਹੜਾ ਸੀ ਨਾ, ਇਨਸਾਨ ਨੂੰ ਥੱਲੇ ਗਿਰਾ ਦਿੰਦਾ ਸੀ। ਸਿਰਫ ਜਿਸਮਾਨੀ ਤੌਰ ਤੇ ਨਹੀਂ, ਤੁਸੀਂ ਵੇਖੋ ਜਿਸਮਾਨੀ ਤੌਰ ਤੇ ਤਕਲੀਫ ਉਠਾ ਨਹੀਂ ਰਹੇ ਨੇ, ਉਹਦੇ ਤੋਂ ਕਿਤੇ ਜ਼ਿਆਦਾ ਲੋਕਾਂ ਦੀ ਰਿਜੈਕਸ਼ਨ, ਲੋਕਾਂ ਕੋਲ ਰੱਦ ਕੀਤਾ ਜਾਣਾ। ਆਪਣੇ ਘਰ ਵਾਲੇ ਤੁਹਾਨੂੰ ਬਾਹਰ ਛੱਡ ਆਉਂਦੇ ਤੇ ਰੋਟੀ ਪਤਾ ਕਿਵੇਂ ਦਿੰਦੇ ਸਨ? ਕਿਸ ਤਰ੍ਹਾਂ? ਉਹ ਉੱਥੇ ਰੱਖ ਦਿੱਤੀ ਹੈ, ਰੋਟੀ ਰੱਖ ਕੇ ਤੁਸੀਂ ਚਲੇ ਗਏ ਹੋ, ਤੇ ਉਹ ਫਿਰ ਤੁਹਾਡੇ ਕਰੀਬ ਆਇਆ, ਉਹਨੇ ਆਪਣੀ ਰੋਟੀ ਚੁੱਕ ਕੇ ਤੇ ਖਾਧੀ ਹੈ। ਕੋੜੀ ਘਰ ਨਹੀਂ ਸੀ ਰਹਿ ਸਕਦਾ, ਬਸਤੀ 'ਚ ਨਹੀਂ ਰਹਿ ਸਕਦਾ, ਉਹਨੂੰ ਲੈਦਾ ਰਹਿਣਾ। ਕੁਲੀ ਤੌਰ ਤੇ ਰੱਦ ਕੀਤਾ ਹੋਇਆ ਇਨਸਾਨ। ਅੱਜ ਅਸੀਂ ਵੇਖਦੇ ਹਾਂ ਇਹੋ ਜਿਹੇ ਸੀਨ ਨੇ। ਇੱਕ ਕੋੜੀ ਨੇ, ਅੱਛਾ ਦੂਜੀ ਗੱਲ ਅੱਛਾ ਹੈ ਕਿ ਉਹ ਮੈਂ ਦੱਸਦਾ ਹਾਂ, ਉਹਨਾਂ ਦਿਨਾਂ 'ਚ ਤੇ ਡਾਕਟਰ ਹੈ ਕੋਈ ਨਹੀਂ ਸਨ। ਜਿਹਦੇ ਜਿਸਮ ਤੇ ਕੋਈ ਕੋੜ ਨਜ਼ਰ ਆਉਂਦਾ ਸੀ ਨਾ, ਉਹਨੂੰ ਕਾਹਿਨ ਕੋਲ ਜਾਂਦੇ ਸਨ। ਮੂਸਾ ਜਾਂ ਹਾਰੂਨ ਜਾਂ ਉਹਨਾਂ ਦੇ ਕਾਹਿਨ ਜਿਹੜੇ ਨੇ, ਉਹ ਦੱਸ ਦਿੰਦਾ ਸੀ ਜੀ ਇਹਨੂੰ ਕੋੜ ਦਾ ਮਰਜ਼ ਹੈ ਵੇ ਜਾਂ ਨਹੀਂ ਹੈ। ਅਗਰ ਨਹੀਂ ਹੈ ਤੇ ਘਰ ਰਵੇ, ਪਰ ਜੇ ਹੈ ਤੇ ਬਾਹਰ ਛੱਡ ਆਓ। ਇੱਕ ਕੋੜੀ, ਅੱਜ ਇੱਕ ਕੋੜੀ ਦਾ ਵਾਕਿਆ ਹੈ। ਉਹਨੇ ਸ਼ਰੀਅਤ ਤੋੜ ਦਿੱਤੀ। ਸ਼ਰੀਅਤ 'ਚ ਸੀ ਕਿ ਨਾ ਆਣਾ, ਇੱਕ ਦੂਜੇ ਦੇ ਕੋਲ ਨਹੀਂ ਆਉਣਾ। ਸ਼ਰੀਅਤ ਜਿਸਮਾਨੀ ਬਿਮਾਰੀ ਤੇ ਹੈ, ਪਰ ਨਾਲ ਸ਼ਰੀਅਤ ਵੀ ਲੱਗ ਗਈ ਹੈ। ਕਿਉਂ?
घर भी नहीं होना तो हैकल च भी नहीं आना, अपना घर भी बंद ते रब दा घर भी बंद हो गया। अज दो बंदियां ने ना शरीयत तोड़ दी। पहले कोड़ी ने तोड़ी है, लिखा है एक कोड़ी यसु के पास आकर कोड़ी किसी के पास आ सकता सी नहीं, उन्हें तोड़ दिता, अपना अपना तोड़ दिता है। यसु के पास आया, दूजा घुटने टेके और थे नहीं नजदीक, ते की दुआ की है, अगर तू चाहे तो मुझे पाक साफ कर सकता है। दुआ देखो छोटी जी, पावर, अगर तू चाहे तो मुझे पाक साफ है। यसु ने की क्या है? ना 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 ना, उस तो पहले उसने तरस खाकर अपना हाथ बढ़ाया। लोग की करीब नहीं जाते तो यसु ने की कर देता है? मना सी, मना सी। यसु उन्हें छूया, लोग तो डरते करीब नहीं आते, यसु ने उन्हें छूया ते की क्या? मैं चाहता हूं कि तू पाक साफ हो जाए। दुआ वेखो, मैं दोहरान लगा, अगर तू चाहे तो मुझे पाक साफ। इस दुआ च किसी होर दी दुआ वेंदे पे, गौर कर, अंजील च मसीहो किसी होर ने इंज दी दुआ की है। किसी ने गत समनी बाग च दुआ की थी, अगर हो सके तो ये प्याला मुझसे, मेरी मर्जी नहीं बल्कि, पर पहला हिस्सा की है, अगर हो सके तो ये प्याला मुझसे। कोड़ी की कहन दिया, अगर तू चाहे, रलदी मिलदी दुआ नहीं होगी, एक हरफी दुआ। यसु ने भी एक हरफी दुआ की थी अपने बाप दे कोलों, ऐ बाप अगर हो सके तो ये प्याला मुझसे टल जाए, मेरी मर्जी नहीं बल्कि। कोड़ी की दुआ देखो, सेम लफ्ज ने, अगर तू चाहे तो मुझे पाक साफ कर सकता है। मसीह विच मेरे अजीजो, कोड़ दी बीमारी अगरचे बहुत सारे मुल्कों च खत्म हो गई है, अज भी बहुत सारे अफ्रीका के मुल्क ने जिथे ये बीमारी हाजी भी है। पाकिस्तान च ये बीमारी खत्म हो गई है। किन्ने कीती है? सिस्टर रूथ फॉल ने। याद आया जे ना? सिस्टर जिहड़ी कराची रहिंदी सी, इन्नी मेहनत की पाकिस्तान दे वास्ते कि इकवामे मुतहदा ने पाकिस्तान नूं कोड़ तो पाक मुल्क करार दिता। ते उस दिन जिस दिन इकवामे मुतहदा ने पाकिस्तान नूं कोड़ तो फ्री आज़ाद पाक मुल्क करार दिता, उस दिन किनू याद किया सी? सारे मुल्क ने, वजीरे आजम तो लैके सिस्टर रूथ फॉल, जिहड़ी मसीही एक सिस्टर है। मसीहा ने इस मुल्क नूं कोड़ तो पाक किया है। तालियां नहीं बजाओगे? उन्हों दियां सिस्टर, उन्हों दी जमात दियां सिस्टर अज भी कराची च इन्हां मरीजों के नाल काम कर रही हैं। पाकिस्तानी सिस्टर ने बहुत ये काम कर रही हैं। मसीह विच मेरे अजीजो, एक कोड़ दा मरज सिर्फ जिस्म की गल नहीं है, ठीक है? अगरचे जिस्म का भी कोड़ का खात्मा बहुत वड्डी गल सी, जिस्मानी बीमारी के तौर पर
ਤੁਹਾਨੂੰ ਯਾਦ ਹੋਏਗਾ ਕਿ ਚੰਦ ਸਾਲ ਮੈਨੂੰ ਹੈ 4-5 ਸਾਲ ਪਹਿਲੇ ਕੋਈ ਬਹੁਤ ਜ਼ਿਆਦਾ ਦੀ ਦੂਰ ਦੀ ਗੱਲ ਨਹੀਂ, ਮੈਨੂੰ ਬਿਲਕੁਲ ਐਗਜ਼ੈਕਟ ਤਾਰੀਖ ਯਾਦ ਨਹੀਂ ਹੈ ਕਿ ਜਿਸ ਦਿਨ ਸਿਸਟਰ ਰੂਥ ਦੀ ਡੈਥ ਹੋਈ ਸੀ ਕਰਾਚੀ ਦੇ ਵਿੱਚ, ਵਜ਼ੀਰ ਆਲਾ, ਵਜ਼ੀਰ, ਸਾਰੇ ਸਰਕਾਰੀ ਜਨਾਜ਼ਾ ਦਿੱਤਾ ਗਿਆ ਸੀ ਬੈਂਡ ਦੇ ਨਾਲ, ਜਿਵੇਂ ਇੰਡੀਆ ਨੇ ਮਦਰ ਟਰੀਜ਼ਾ ਨੂੰ ਦਿੱਤਾ ਸੀ ਨਾ ਜਨਾਜ਼ਾ, ਉਂਝ ਹੀ ਸਿਸਟਰ ਰੂਥ ਨੂੰ ਪਾਕਿਸਤਾਨ 'ਚ ਦਿੱਤਾ ਗਿਆ ਸੀ ਤੇ ਉਹਨੂੰ ਕਿਹਾ ਗਿਆ ਸੀ ਇਹ ਪਾਕਿਸਤਾਨ ਦੀ ਮਦਰ ਟਰੀਜ਼ਾ ਹੈ। ਉਹ ਹਿੰਦੁਸਤਾਨ ਦੀ ਸੀ ਔਰ ਇਹ ਪਾਕਿਸਤਾਨ ਦੀ ਮਦਰ ਟਰੀਜ਼ਾ ਸੀ। ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਮਸੀਹੀ ਫਖਰ ਕਰ ਸਕਦੇ ਨੇ ਕਿ ਅਸੀਂ ਇਸ ਮੁਲਕ ਨੂੰ ਕੋੜ ਤੋਂ ਪਾਕ ਕੀਤਾ ਹੈ। ਕੋੜ ਸਿਰਫ ਜਿਸਮ ਦੀ ਗੱਲ ਨਹੀਂ ਹੈ, ਸੱਚੀ ਗੱਲ ਹੈ, ਕੋੜ ਜਿਸਮ ਤੋਂ ਜ਼ਿਆਦਾ ਨਾ ਦਿਲ ਦੀ ਗੱਲ ਹੈ। ਨਹੀਂ, ਹਰ ਬੰਦੇ ਦੇ ਅੰਦਰ ਕੋੜ ਜੇ, ਸੱਚੀ ਗੱਲ ਹੈ। ਮੈਂ ਬਾਹਰ ਵਾਲੇ ਕੋੜ ਦੀ ਗੱਲ ਨਹੀਂ ਕਰ ਰਿਹਾ, ਅੰਦਰ ਵਾਲਾ ਕੋੜ ਜਿਹੜਾ ਨਾ ਉਹ ਬਾਹਰ ਵਾਲੇ ਤੋਂ ਵੀ ਜ਼ਿਆਦਾ ਸਖਤ ਹੈ। ਨੀਅਤ 'ਚ ਕੋੜ, ਦਿਲ 'ਚ ਕੋੜ। ਤੁਹਾਨੂੰ ਪਤਾ ਜਿਹੜਾ ਬੰਦਾ ਕੋਈ ਇਹੋ ਜਿਹਾ ਹੋਵੇ ਨਾ ਤੇ ਸਾਡੇ ਮੁਆਸ਼ਰੇ 'ਚ ਕੀ ਕਹਿੰਦੇ ਨੇ, ਆਹ ਬੰਦਾ ਦਿਲ ਦਾ ਕੋੜਾ ਹੈ। ਸ਼ਾਬਾਸ਼, ਵੈਰੀ ਗੁੱਡ। ਇਹ ਬੰਦਾ ਦਿਲ ਦਾ ਕੋੜਾ ਹੈ, ਮਤਲਬ ਇਹ ਇਹਦੇ ਜਿਸਮ ਤੇ ਕੋੜ ਨਹੀਂ ਹੈ ਪਰ ਇਹਦੇ ਅੰਦਰ ਕੋੜ ਹੈ, ਇਹਦੀ ਨੀਅਤ 'ਚ ਕੋੜ ਹੈ। ਕਹਿੰਦੇ ਆ ਕਿ ਨਹੀਂ ਕਹਿੰਦੇ ਆ, ਇਹਦੀ ਨੀਅਤ 'ਚ ਕੋੜ ਹੈ। ਨੀਅਤ ਖਰਾਬ ਹੈ, ਨੀਅਤ ਬਿਮਾਰ ਹੈ, ਹਰ ਗੁਨਾਹ ਹੀ ਕੋੜ ਹੈ। ਤੇ ਕਿਤੇ ਨਾ ਕਿਤੇ ਮੈਂ ਵੀ, ਤੁਸੀਂ ਵੀ, ਅਸੀਂ ਸਾਰੇ ਕਿਤੇ ਨਾ ਕਿਤੇ ਆਪਣੇ ਅੰਦਰ, ਆਪਣੇ ਦਿਲ, ਆਪਣੀ ਨੀਅਤ, ਆਪਣੀ ਜ਼ਿੰਦਗੀ 'ਚ ਕੋੜ ਜ਼ਰੂਰ ਚੁੱਕਿਆ। ਮੈਂ ਵੀ, ਤੁਸੀਂ ਵੀ, ਹਰ ਇੱਕ ਨੇ ਕੋੜ, ਗੁਨਾਹ, ਬੁਰੀ ਨੀਅਤ, ਕਿਤੇ ਨਾ ਕਿਤੇ ਇਸ ਕੋੜ ਨੂੰ ਅਸੀਂ ਚੁੱਕਿਆ ਹੈ। ਹਸਦ ਦਾ ਹੋ ਸਕਦਾ, ਲਾਲਚ ਦਾ ਹੋ ਸਕਦਾ, ਠੀਕ ਹੈ, ਲੜਾਈ ਝਗੜੇ, ਪਤਾ ਨਹੀਂ ਕਾਹਦਾ ਕੋੜ ਹੈ। ਅੱਜ ਕੱਲ੍ਹ ਲਾਲਚ ਦਾ ਕੋੜ ਤੇ ਬਹੁਤ ਹੀ ਵੱਧ ਗਿਆ। ਇਹ 2 ਦਿਨ ਹੋਏ ਨੇ ਇਲੈਕਸ਼ਨ ਨੂੰ, ਵੇਖਿਆ ਨਹੀਂ। ਮੈਂ ਹੁਣ ਦੱਸਣ ਲੱਗਾ ਗੱਲ, ਕੋਈ ਮੇਰੇ ਕੋਲ ਬੰਦਾ ਆਇਆ 2-3 ਤੇ ਕੀ ਦੱਸ ਰਹੇ ਨੇ ਕਿ ਅਰੇ ਫਾਦਰ ਜੀ ਵੋਟ ਤੇ ਪਾਏ ਨੇ, ਪੈਸੇ ਵੀ ਲਾਏ, ਖੁਸ਼ੀ ਨਾਲ ਕੀ ਦੱਸ ਰਹੇ ਨੇ, ਫਾਦਰ ਜੀ ਬੋਰੀ ਭਰ ਕੇ ਨੋਟਾਂ ਦੀ ਰੱਖ ਕੇ ਬੰਦਾ ਅੰਦਰ ਬੈਠਾ ਹੈ, ਇੱਕ ਪਾਸੇ ਬਾਈਬਲ ਰੱਖੀ ਤੇ ਇੱਕ ਪਾਸੇ ਕੁਰਾਨ ਰੱਖਿਆ ਹੈ। 2000 ਰੁਪਈਆ ਚੁੱਕ ਲਵੋ ਤੇ ਬਾਈਬਲ ਤੇ ਹੱਥ ਰੱਖ ਦਿਓ, ਜਾਂ ਮੁਸਲਮਾਨਾਂ ਦੇ ਵਾਸਤੇ ਕੁਰਾਨ ਮਜੀਦ। ਆਉਂਦਾ ਜੀ ਫਾਦਰ ਜੀ ਢੇਰਾਂ ਦੇ ਢੇਰ ਲੋਕਾਂ ਨੇ ਜਨਾਬ ਅੱਜ ਪੈਸੇ ਕਮਾਏ। ਕਿੰਨੇ ਪੈਸੇ ਦੀ? ਬਸ 2000 ਲਈ ਕਾਹਦੇ ਤੇ ਹੱਥ ਰੱਖ ਦਿੱਤਾ ਜੀ। ਤੇ ਯਿਸੂ ਮਸੀਹ ਨੇ ਕੀ ਕਿਹਾ ਸੀ? ਨਾ ਅਸਮਾਨ ਦੀ ਕਸਮ ਖਾਏ ਨਾ ਜ਼ਮੀਨ ਦੀ। ਯਿਸੂ ਨੇ ਕਿਹਾ ਸੀ ਆਪਣੇ ਵਾਲਾਂ ਦੀ ਵੀ ਕਸਮ ਨਾ ਖਾਏ। ਉਹ ਮੈਨੂੰ ਆਪਣੀ ਤਾਰੀਫ ਬਣਾ ਕੇ ਦੱਸਣ ਲਿਆ ਤੇ ਮੈਨੂੰ ਅੰਦਰੋਂ ਅਫਸੋਸ ਹੋਣ ਲਿਆ ਸੀ। ਉਹ ਇਸ ਤੋਂ ਵੀ ਅੱਗੇ ਚਲਾ ਗਿਆ, ਕਹਿੰਦਾ ਜੀ ਕਈਆਂ 2-2000 ਲੈਣੇ, ਕਈਆਂ 2-2000 ਵੀ ਲਿਆਏ ਤੇ ਨਾਲ ਇੱਕ ਬੋਤਲ ਵੀ ਲਈ ਹੈ। ਮੈਂ ਮੀਡੀਆ ਤੇ ਜਾ ਰਿਹਾ ਹਾਂ, ਲਾਈਵ ਹਾਂ, ਤੇ ਦੱਸਣ 'ਚ ਵੀ ਮੈਨੂੰ ਕੋਈ ਸ਼ਰਮ ਨਹੀਂ ਹੈ। ਅਗਰ ਕੋਈ ਇਤਰਾਜ਼ ਕਰੇਗਾ ਕੋਈ ਗੱਲ ਨਹੀਂ। ਲਾਲਚ ਇਸ ਤੋਂ ਵੀ ਅੱਗੇ ਚਲੇ ਗਏ। ਇੱਕ ਬੰਦਾ ਆਂਦਾ ਜੀ ਮੈਂ 2000 ਵੀ ਲੈਣੇ, ਬੋਤਲ ਵੀ ਲਈ ਹੈ ਤੇ ਵੋਟ ਵੀ ਨਹੀਂ ਪਾਇਆ। ਆਂਦਾ ਜੀ ਪੈਸੇ ਕਿਸੇ ਕੋਲ ਲੈਣੇ ਤੇ ਵੋਟ ਕਿਸੇ ਨੂੰ ਦਿੱਤਾ।
ਤੇ ਅਸੀਂ ਜਿਸਮ ਦੇ ਕੋੜੀਆਂ ਦੀ ਗੱਲ ਕਰਨ ਡਏ ਹਾਂ। ਅਸੀਂ 2000 ਸਾਲ ਪਹਿਲੇ ਦੀ ਗੱਲ ਕਰਨ ਡਏ ਹਾਂ, ਮਾਸ਼ਾਅੱਲਾ 4 ਦਿਨ ਪਹਿਲੇ ਦੀ ਗੱਲ ਹੈ। 4 ਦਿਨ ਪਹਿਲੇ ਦੀ ਕੋੜ ਜਿਹੜਾ ਨਾ, ਇਹ ਨਿਸ਼ਤਾਂ ਦੀ ਤੇ ਦਿਲ ਦੀ ਗੱਲ ਹੈ। ਭਲਾ 2000 ਨਾਲ ਵੀ ਕਿੰਨੇ ਕੁ ਦਿਨ ਚੱਲ ਜਾਣਗੇ? ਵੈਸੇ ਮੈਂ ਪੁੱਛਿਆ, ਮੈਂ ਯਾਰ ਤੂੰ 2000 ਨੂੰ ਕੀ ਕੀਤਾ ਹੈ? ਆਂਦਾ ਜੀ ਮੈਂ ਘਰ ਜਾ ਕੇ ਬੱਚਿਆਂ ਨੂੰ ਆਖਿਆ ਲੋ ਫੜੋ ਐਸ਼ ਕਰੋ। ਮੈਂ ਕਿਹਾ ਕਿਹੜੇ ਪੈਸਿਆਂ ਦੀ ਆਪਣੇ ਬੱਚਿਆਂ ਨੂੰ ਐਸ਼ ਕਰਾ ਰਹੇ ਹੋ, ਜਿਹੜੇ ਬਾਈਬਲ ਤੇ ਹੱਥ ਰੱਖ ਕੇ ਲੈ ਕੇ ਆਏ? ਅੱਛਾ ਨਹੀਂ ਸੀ ਕਿ ਤੂੰ ਮਿਹਨਤ ਕਰ ਦੋ, ਕਮਾ ਕੇ ਲਿਆ ਦੋ, ਫਿਰ ਆਪਣੇ ਬੱਚਿਆਂ ਨੂੰ ਦੇ ਦੋ? ਪਤਾ ਨਹੀਂ ਕਿਹੜਾ ਕਿਹੜਾ ਕੋਡ ਸਾਡੇ ਅੰਦਰ ਹੈ। ਇਹ ਤੇ ਇੱਕ ਦੀ ਗੱਲ ਕਰ ਰਿਹਾ, ਹਰ ਇੱਕ ਬੰਦੇ ਦੇ ਅੰਦਰ ਕੋਈ ਨਾ ਕੋਈ ਹੈ ਤੇ ਸਹੀ ਹੈ। ਅੱਜ ਨਾ ਹਰ ਇੱਕ ਨੂੰ ਨਾ, ਮੈਨੂੰ ਆਪਣੇ ਅੰਦਰ ਵੇਖਣ ਦੀ ਲੋੜ ਤੇ ਤੁਹਾਨੂੰ ਆਪਣੇ ਅੰਦਰ ਵੇਖਣ ਦੀ ਲੋੜ ਹੈ। ਕੋਈ ਨਾ ਕੋਈ ਕੋਡ ਚੁੱਕੀ ਫਿਰਦੇ ਹਾਂ ਅਸੀਂ ਵੀ, ਸ਼ਾਇਦ ਲਾਲਚ ਦਾ, ਸ਼ਾਇਦ ਹਸਦ ਦਾ, ਸ਼ਾਇਦ ਪਤਾ ਨਹੀਂ ਕਾਹਦਾ, ਕੋਈ ਨਾ ਕੋਈ ਕੋਡ ਚੁੱਕਿਆ ਆਇਆ ਸੀ। आज ना खुदा को दुआ करिए, ऐ खुदा अगर तू चाहे तो मुझे पाक साफ कर सकता। सच्ची गल है, असी कितना भी कोड़ चुकिया है ना, रब माफ़ करता है। कई बार असी कहने ना खुदावंदा मैं ते इन्ने गुनाह किए ने, तू नहीं माफ़ कर सकता, खुदा भी नहीं माफ़ कर सकता। कई बार इंज कहने ना भाई, खुदा अगर कोड़ नूं माफ़ कर सकता तो हर एक नूं पाक साफ कर सकता है। खुदा दे अगे कुछ नहीं, खुदा दे अगे कुछ नहीं। असी किन्ने भी गुनाहगार होइए, ओदा रहन, ओदी बख्शिश साडे गुनाहां तो बहुत वड्डी। लिखा उसने तरस खाकर, लफ्ज पढ़े, उसने तरस खाकर अपना हाथ बढ़ाया। वो हर बंदे वाले अपना हाथ बढ़ा रहा। कोई याद आया होर भी बंदा कोई डुबन लगा ही, ਉਹਦੇ ਵੇਲੇ ਹੱਥ ਵਧਾਇਆ। ਕਿਹਦੇ ਲਈ? ਪਤਰਸ ਕਹਿੰਦਾ ਮੈਂ ਖੁਦਾਵੰਦਾ ਆਵਾਂ, ਤੂੰ ਪਾਣੀਆਂ ਤੇ ਚੱਲਣ ਡਿਆ, ਮੈਂ ਵੀ ਆਇਆ। ਤੇ ਮੁੜ ਕੇ ਆਖਣ ਲੱਗਾ ਮੈਂ ਡੁੱਬ ਨਾ ਜਾਵਾਂ, ਤੇ ਲਿਖਿਆ ਡੁੱਬਣ ਲੱਗ ਪਿਆ। ਉਹਦੇ ਬਾਅਦ ਕੀ ਲਿਖਿਆ? ਔਰ ਯਸੂ ਨੇ ਆਪਣਾ ਹੱਥ बढ़ाया। ਅੱਜ ਵੀ ਨਾ ਯਸੂ ਮੇਰੇ ਵੱਲੇ, ਤੁਹਾਡੇ ਵੱਲੇ, ਹਰ ਇੱਕ ਵੱਲੇ ਆਪਣਾ ਹੱਥ ਵਧਾਉਂਦਾ ਹੈ। ਅਸੀਂ ਕਿੰਨੇ ਵੀ ਗੁਨਾਹगार ਹੋਈਏ, ਯਸੂ ਤਰਸ ਖਾ ਕੇ ਆਪਣਾ ਹੱਥ ਵਧਾਉਂਦਾ ਹੈ ਔਰ ਕੀ ਕਹਿੰਦਾ ਹੈ? मैं चाहता हूं कि तू पाक साफ हो जा। आए अपने लिए दुआ करें, अपने वास्ते ना दुआ करें। जिहड़ा भी बोझ मैं ते तुसी अपना असी चुक्या है ना, उस खुदा दे सामने रखिए। वो तरस खाने वाला खुदा है, बख्शण वाले, माफ करने वाला, कबूल करने वाला, शिफा देने वाला, हाथ वधा के फड़न वाला, डुबन तो बचाने वाला खुदा है। वही खुदा अज साढ़े कोड़ नूं पाक साफ करे, नफरत दे कोड़ नूं, हसद दे कोड़ नूं, लालच दे कोड़ नूं, ते पता नहीं केड़ा केड़ा वो बख्शण आ रहे। वो अपना हाथ वधाएगा ते तानू ते मैनू सानू सारिਆਂ ਨੂੰ पाक साफ करेगा। उन्हें क्या सी? मैं चाहता हूँ कि तू पाक साफ हो जा।